सत श्री अकाल दोस्तों, मैं तुहाडा अपना दीदार सिंह संधू हाजिर हाँ अज फिर प्रोग्राम लैके मुद्दे दे नेड़े। अज का मुद्दा बड़ा अहम और मेरे आपदे पिछे यानी कि मेरे वकील भाईचारे दे नाल जुड़िया मुद्दा। बहुत सारे मतलब वकील वीर मेरे, बहुत सारे मेरे पेशाकार भाई समय समय ते सवाल करते रहे। कोविड के दौरान काफ़ी लोग जो घर बैठे सी ਤਾਂ बड़े तरह के विचार दिमाग ਦੇ ਵਿੱਚ ਆਉਂਦੇ ਸੀ ਤਾਂ ਬਹੁਤ ਲੋਕਾਂ ਨੇ मतलब सवाल करने शुरू किए कि वकील भाईचारा ਜਿਹੜੇ ਹੈਗਾ ਸਾਡਾ ਉਹ किस तरह माइग्रेट हो सकता कनेडा की गल करा ਤਾਂ बड़े लोगों ने समय समय ਤੇ इस तरह के मानसिक ਦੇ ਵਿੱਚ ख्याल आए तो सवाल किए। जिस तरह कोविड के बहुत सारे नैगेटिव पहलू ने, चाहे स्कूल बंद होने की गल हुई, चाहे होर बड़े रोजगार के उपर तरह तरह के जोड़े मतलब सवाल चिन्ह उठे कोविड के दौरान, पर एक फायदा जोड़ा उभर के कोविड का सामने आया। जिहड़े साडे वकील भाईचारे के लोग आ वो इत्थे बैठे कनेडा के जिहड़ा वकालत उहदी पढ़ाई कर सकते आ। ਉਹਦੇ ਲਈ ਜਦੋਂ ਕੋਈ ਵੀ ਬੰਦਾ ਕੈਨੇਡਾ ਦੀ PR ਅਪਲਾਈ ਕਰਦਾ ਤਾਂ ਉਹਨੂੰ ਆਪਣੀ ਐਜੂਕੇਸ਼ਨ ਦੀ ਇੱਕ ECA ਕਰਵਾਉਣੀ ਪੈਂਦੀ ਆ, ਜਿਹਨੂੰ ਕਿ ਐਜੂਕੇਸ਼ਨਲ ਕ੍ਰੈਡੈਂਸ਼ੀਅਲਸ ਅਸੈਸਮੈਂਟ ਕਹਿ ਦਿੰਦੇ ਆ। ਉਹ 4 ਤੋਂ 5 ਬੋਡੀਜ਼ ਹੈਗੀਆਂ ਜਿਹੜੀਆਂ ਦੱਸਦੀਆਂ ਨੇ ਕਿ ਤੁਹਾਡੀ ਜਿਹੜੀ ਐਜੂਕੇਸ਼ਨ ਆ ਉਹਦਾ ਜਿਹੜਾ ਕੀ ਵੇਟੇਜ ਹੈਗੀ ਆ, ਉਹਦੀ ਅਸੀਂ ਕੰਪੈਰੀਜ਼ਨ ਕਰੀਏ ਕੈਨੇਡਾ ਦੀ ਪੜ੍ਹਾਈ ਨਾਲ ਤਾਂ ਕਿੱਥੇ ਤੁਸੀਂ ਖੜੇ ਹੋ। ਸੇਮ ਤੁਹਾਡੀ ਜਿਹੜੀ ਵਕਾਲਤ ਦੀ ਪੜ੍ਹਾਈ ਆ ਉਹਦੀ ਵੈਸ ਨਹੀਂ, ਉਹਦੀ NCA ਕੋਲ ਤੁਹਾਨੂੰ ਜਿਹੜੀ ਆ ਕੰਡੀਸ਼ਨਸ ਕਰਵਾਉਣੀ ਪੈਂਦੀ ਆ। NCA ਤੋਂ ਤੁਹਾਨੂੰ ਅਸੈਸਮੈਂਟ ਕਰਵਾਉਣੀ ਪੈਂਦੀ ਆ ਕਿ ਤੁਹਾਡੀ ਲਾਅ ਦੀ ਡਿਗਰੀ ਦੇ ਨਾਲ ਤੁਸੀਂ ਕੈਨੇਡਾ ਜਾਣਾ ਤਾਂ ਤੁਹਾਡੀ ਲਾਅ ਦੀ ਡਿਗਰੀ ਦਾ ਕਿੰਨਾ ਕੁ ਭਾਰ ਹੈਗਾ, ਕਿੰਨੀ ਕੁ ਵੇਟੇਜ ਹੈਗੀ ਤੁਹਾਡੀ ਲਾਅ ਦੀ ਡਿਗਰੀ ਦੀ। ਅਗਰ ਤੁਸੀਂ ਕੈਨੇਡਾ ਦੇ ਵਿੱਚ ਵਕਾਲਤ ਦੀ ਪੜ੍ਹਾਈ ਕਰਨਾ ਚਾਹੁੰਦੇ ਹੋ, ਅਗਰ ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿੰਨਾ ਜਿਹੜਾ ਕੈਨੇਡੀਅਨ ਲਾਅ ਦੇ ਹੋਰ ਪੇਪਰ ਜਾਂ ਕਿੰਨੇ ਸਬਜੈਕਟ ਆ ਜਿਹੜੇ ਕੈਨੇਡੀਅਨ ਲਾਅ ਦੇ ਹੋਰ ਪੜ੍ਹਨੇ ਪੈਣਗੇ, ਇਹ ਤੁਹਾਨੂੰ ਦੱਸਦਾ ਹੈ NCA। और मेरे नाल मंच ते मौजूद ने साडे पंजाब एंड हरियाणा हाईकोर्ट तो बड़े ही मानयोग वकील रजिंदर गोयल जी, जिन्हां ने बकायदा NCA के जिहड़े सारे पेपर क्लीयर किए हुए ने और कनेडियन जिहड़ी बार काउंसल की मैंबरशिप लई भी अपलाई कर रखिया। मैं गोयल साहब का धन्नवाद करदा साडे नाल मंच ते। और गोयल साहब नूं तुहानूं ਜਿਹੜੇ ਹੋਰ ਸਾਡੇ ਨਾਲ ਮੇਰੇ ਵਕੀਲ ਭਾਈਚਾਰਾ ਜੁੜਿਆ ਉਹਨਾਂ ਦੇ ਰੂਬਰੂ मतलब ਉਹਨਾਂ ਦੇ ਸਵਾਲਾਂ ਦੇ ਜਵਾਬ ਵਾਸਤੇ ਇੱਕ ਸਵਾਲ ਆ ਮੇਰੇ ਮਾਈਂਡ ਦੇ ਵਿੱਚ ਕਿ ਜਿਹੜਾ ਇਹ NCA ਦੀ ਅਸੈਸਮੈਂਟ ਕਰਵਾਉਣੀ ਆ ਇਹ ਕਿੰਨੇ ਕੁ ਟਾਈਮ ਦਾ ਪ੍ਰੋਸੀਜਰ ਹੈਗਾ ਔਰ ਆਮ ਇੱਕ ਨਾਰਮਲ ਜਿਹੜਾ ਸਾਡੇ ਵਰਗਾ ਨਵਾਂ ਯੰਗ ਵਕੀਲ ਆ ਉਹਨੂੰ ਕਿੰਨੇ ਸਬਜੈਕਟ ਆ ਜਿਹੜੇ ਕੈਨੇਡੀਅਨ ਲਾਅ ਦੇ ਪੜ੍ਹਨੇ ਪੈਂਦੇ ਆ। ਧੰਨਵਾਦ ਜੀ ਸੰਧੂ ਸਾਹਿਬ, ਮੈਨੂੰ ਆਪਣੇ ਵਿਚਾਰ ਸਾਂਝਾ ਕਰਨ ਲਈ ਮੌਕਾ ਦੇਣ ਲਈ। ਪਹਿਲੀ ਗੱਲ ਤਾਂ ਇਹ ਦੱਸ ਦੇਵਾਂ ਮੈਂ ਕਿ ਵੀ ਜਦੋਂ ਕੋਈ ਬੰਦਾ ਲਾਅ ਕਰ ਲੈਂਦਾ ਹੈ ਇੰਡੀਅਨ ਲਾਅ ਅਤੇ ਉਹ ਪ੍ਰੈਕਟਿਸ ਦੇ ਵਿੱਚ ਆ ਜਾਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਜੀ ਮੈਂ ਹੁਣ ਕੈਨੇਡਾ ਜਾਣਾ ਹੈ ਅਤੇ ਉੱਥੇ ਵੀ ਪ੍ਰੈਕਟਿਸ ਕਰਨੀ ਹੈ। ਸਭ ਤੋਂ ਪਹਿਲੇ ਸਟੈਪ ਜਿਹੜਾ ਹੁੰਦਾ ਹੈ ਉਹਨੂੰ ਆਪਣੇ ਆਪ ਨੂੰ ਰਜਿਸਟਰ ਕਰਾਉਣਾ ਪੈਂਦਾ ਹੈ ਨੈਸ਼ਨਲ ਕਮੇਟੀ ਔਨ ਐਕ੍ਰੀਡੀਸ਼ਨ, ਜਿਹਨੂੰ ਆਪਾਂ NCA ਕਹਿੰਦੇ ਹਾਂ। NCA ਦੇ ਵਿੱਚ ਜਦੋਂ ਆਪਣੇ ਆਪ ਨੂੰ ਰਜਿਸਟਰ ਕਰਾ ਲੈਂਦਾ ਹੈ ਉਸ ਤੋਂ ਬਾਅਦ NCA ਵਾਲੇ ਉਸ ਤੋਂ ਮੰਗਦੇ ਆ ਜੀ ਟਰਾਂਸਕ੍ਰਿਪਟ, ਜਿਹੜੀ ਉਹਨੇ ਲਾਅ ਦੀ ਡਿਗਰੀ ਕੀਤੀ ਹੈ ਜਿਹੜੀ ਵੀ ਯੂਨੀਵਰਸਿਟੀ ਤੋਂ ਕੀਤੀ ਹੈ ਉੱਥੋਂ ਉਹਨੂੰ ਡਾਇਰੈਕਟਲੀ ਯੂਨੀਵਰਸਿਟੀ ਵੱਲੋਂ ਭਿਜਵਾਉਣੀ ਪੈਂਦੀ ਹੈ ਆਪਣੀ ਟਰਾਂਸਕ੍ਰਿਪਟ ਜਿਹੜੀ ਡਿਗਰੀ ਲਾਅ ਦੀ ਡਿਗਰੀ। ਪਲੱਸ ਜੇ ਉਹ ਕਿਸੇ ਬਾਰ ਕੌਂਸਲ ਦਾ ਮੈਂਬਰ ਹੈਗਾ ਅਤੇ ਉੱਥੋਂ ਗੁੱਡ ਕਰੈਕਟਰ ਸਰਟੀਫਿਕੇਟ ਵੀ ਉਹਨੂੰ ਡਾਇਰੈਕਟਲੀ ਬਾਰ ਕੌਂਸਲ ਤੋਂ NCA ਕੋਲ ਭਿਜਵਾਉਣਾ ਪੈਂਦਾ ਹੈ। ਉਸ ਤੋਂ ਬਾਅਦ NCA ਵਾਲੇ ਉਹਦੀ ਅਸੈਸਮੈਂਟ ਕਰਦੇ ਹੈ ਕਿ ਵੀ ਇਹ ਕੈਂਡੀਡੇਟ ਜਿਹੜਾ ਹੈਗਾ ਅਗਰ ਇਹਨੇ ਆਪਣੀ ਇੰਡੀਅਨ ਲਾਅ ਨੂੰ ਇਕਵੀਲੈਂਟ ਕਰਨਾ ਹੈ ਕੈਨੇਡੀਅਨ ਲਾਅ ਨਾਲ। ਕੈਨੇਡੀਅਨ ਲਾਅ ਦੇ ਵਿੱਚ ਜਿਹੜੀ ਇਹ ਡਿਗਰੀ ਹੁੰਦੀ ਹੈ ਉਹਨੂੰ JD ਕਹਿੰਦੇ ਹੈ, ਜੂਰਿਸ ਡਾਕਟਰ। ਅਤੇ ਉਹਦੇ ਲਈ ਫਿਰ ਉਹ ਅਸੈਸਮੈਂਟ ਕਰਦੇ ਹੈ ਅਤੇ ਫਿਰ ਉਸ ਕੈਂਡੀਡੇਟ ਨੂੰ ਇੰਟੀਮੇਟ ਕਰਦੇ ਹੈ ਵੀ ਤੈਨੂੰ ਇੰਨੇ ਐਗਜ਼ਾਮ ਦੇਣੇ ਪੈਣੇ ਹੈ ਤਾਂ ਤੂੰ ਕੁਆਲੀਫਾਈ ਕਰਦਾ ਹੈ ਇਕਵੀਲੈਂਟ ਦੇ ਕਿ ਤੇਰੀ ਜਿਹੜੀ ਇੰਡੀਅਨ ਲਾਅ ਡਿਗਰੀ ਹੈ ਉਹ ਇਕਵੀਲੈਂਟ ਹੋ ਜਾਏਗੀ ਕੈਨੇਡੀਅਨ ਲਾਅ ਡਿਗਰੀ, ਜਿਹਦੇ ਵਿੱਚ 5 ਕੋਰ ਸਬਜੈਕਟ ਹੈ। ਜਿਹਦੇ ਵਿੱਚ ਪਹਿਲਾ ਹੈਗਾ ਕੌਨਸਟੀਟਿਊਸ਼ਨ ਆਫ ਕੈਨੇਡਾ, ਦੂਜਾ ਫਾਊਂਡੇਸ਼ਨਸ ਲਾਅ, ਤੀਜਾ ਐਡਮਿਨਿਸਟ੍ਰੇਟਿਵ ਲਾਅ, ਚੌਥਾ ਪ੍ਰੋਫੈਸ਼ਨਲ ਰਿਸਪੌਂਸਿਬਿਲਿਟੀ ਅਤੇ ਪੰਜਵਾਂ ਕ੍ਰਿਮੀਨਲ ਲਾਅ। ਅਤੇ 2022 ਤੋਂ ਉਹਨਾਂ ਨੇ ਇੱਕ ਰਿਸਰਚ ਦਾ ਸਬਜੈਕਟ ਹੋਰ ਐਡ ਕਰਤਾ ਇਹਦੇ ਵਿੱਚ। ਇਹ 6 ਸਬਜੈਕਟ ਆਪਾਂ ਕਹਿੰਦੇ ਹਾਂ ਕੋਰ ਸਬਜੈਕਟ। ਬਟ ਉਸ ਤੋਂ ਬਾਵਜੂਦ ਵੀ ਤੁਹਾਡਾ ਜਿਹੜਾ ਮਾਰਕਸ਼ੀਟਸ ਹੈ, ਜਿਹੜੀ ਤੁਹਾਡੀ ਟਰਾਂਸਕ੍ਰਿਪਟ ਜਾਂਦੀ ਹੈ ਉਹਨੂੰ ਅਸੈਸਮੈਂਟ ਕਰਕੇ ਉਹ ਹੋਰ ਵੀ ਸਬਜੈਕਟ ਤੁਹਾਨੂੰ ਦੇ ਦਿੰਦੇ ਹੈ। ਜਿਵੇਂ ਇੱਕ ਸਬਜੈਕਟ ਹੈਗਾ ਟੋਰਟਸ, ਲਾਅ ਆਫ ਟੋਰਟਸ, ਪ੍ਰੋਪਰਟੀ ਲਾਅ, ਕੰਟਰੈਕਟ ਲਾਅ, ਫੈਮਿਲੀ ਲਾਅ, ਇਹ ਵੀ ਤੁਹਾਨੂੰ ਦੇ ਸਕਦੇ ਹੈ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ 5 ਸਾਲ ਦਾ ਟਾਈਮ ਹੁੰਦਾ ਹੈ ਇਹ ਸਬਜੈਕਟਸ ਨੂੰ ਤੁਸੀਂ ਕਲੀਅਰ ਕਰਨਾ ਹੁੰਦਾ ਹੈ। ਅੱਗੇ ਕੀ ਹੁੰਦਾ ਸੀਗਾ ਕਿ ਤੁਹਾਨੂੰ ਆਫਲਾਈਨ ਜਾ ਕੇ ਦਿੱਲੀ ਦੇ ਵਿੱਚ ਸੈਂਟਰ ਬਣਦਾ ਸੀਗਾ
ਉੱਥੇ ਆਫਲਾਈਨ ਜਾ ਕੇ ਤੁਹਾਨੂੰ ਐਗਜ਼ਾਮ ਲਿਖਣੇ ਪੈਂਦੇ ਸੀਗੇ। ਬਟ ਹੁਣ ਇਹ ਕੋਵਿਡ ਦੀ ਵਜ੍ਹਾ ਤੋਂ ਇਹ ਸਾਰਾ ਸਿਸਟਮ ਆਨਲਾਈਨ ਹੋ ਗਿਆ ਹੈ। ਆਨਲਾਈਨ ਦੇ ਵਿੱਚ ਤੁਹਾਨੂੰ ਟਾਈਪਿੰਗ ਤੁਹਾਨੂੰ ਥੋੜੀ ਸਿੱਖਣੀ ਪੈਣੀ ਹੈ, ਕਿਉਂਕਿ ਇਹ ਸਬਜੈਕਟ ਜਿਹੜੇ ਹੈਗੇ ਸਾਰੇ ਸਬਜੈਕਟਿਵ ਸਬਜੈਕਟ ਹੈ, ਤੇ ਤੁਹਾਨੂੰ 4 ਘੰਟੇ ਦਾ ਟਾਈਮ ਪਹਿਲੇ ਦਿੰਦੇ ਸੀਗੇ, ਅੱਜ ਕੱਲ੍ਹ ਉਹਨਾਂ ਨੇ ਘਟਾ ਕੇ 3.5 ਘੰਟੇ ਦਾ ਟਾਈਮ ਕਰਤਾ ਹੈ ਪਰ ਐਗਜ਼ਾਮ, ਤੇ ਤੁਹਾਨੂੰ ਐਗਜ਼ਾਮ ਦੇਣੇ ਪੈਂਦੇ ਹੈ। ਜੇ ਤੁਸੀਂ ਪ੍ਰੋਪਰਲੀ ਪੜ੍ਹ ਲਓ ਤੇ ਤੁਸੀਂ ਜਿਹੜੇ 5 ਸਾਲ ਹੈ ਉਹ 5 ਸਾਲ ਦੀ ਲੋੜ ਨਹੀਂ ਹੈ, ਤੁਸੀਂ 6 ਮਹੀਨੇ ਤੋਂ 1 ਸਾਲ ਦੇ ਵਿੱਚ ਸਾਰੇ ਐਗਜ਼ਾਮ ਕਲੀਅਰ ਕਰ ਸਕਦੇ ਹੋ। ਤੇ ਜਦੋਂ ਤੁਸੀਂ ਇਹ ਸਾਰੇ ਐਗਜ਼ਾਮ ਕਲੀਅਰ ਕਰ ਲੈਂਦੇ ਹੋ ਤੇ NCA ਤੁਹਾਨੂੰ ਕਹਿ ਦਿੰਦਾ ਹੈ ਕਿ ਜੀ ਹਾਂਜੀ ਤੁਸੀਂ ਐਗਜ਼ਾਮ ਕਲੀਅਰ ਕਰ ਲਏ ਹੈ, ਤੇ ਉਹ ਤੁਹਾਨੂੰ ਇੱਕ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਅਵਾਰਡ ਕਰ ਦਿੰਦਾ ਹੈ। ਜਿਹੜਾ ਗੋਇਲ ਸਾਹਿਬ, ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ 6 ਮਹੀਨਿਆਂ ਤੋਂ 1 ਸਾਲ ਦੇ ਵਿੱਚ ਇਹ ਜਿਹੜੇ ਸਾਰੇ ਐਗਜ਼ਾਮ ਆ ਪੜ੍ਹ ਕੇ ਦੇ ਸਕਦੇ ਹੋ। ਹਾਂਜੀ, ਇਹਦਾ ਜਿਹੜਾ ਟਾਈਮ ਆ 3.5 ਘੰਟੇ ਹੈਗਾ, ਤੁਸੀਂ ਟਾਈਪ ਕਰਕੇ ਆਪਣੇ ਮਤਲਬ ਘਰ ਬੈਠੇ ਆਨਲਾਈਨ ਇਹਦੀ ਜਿਹੜੀ ਹੈਗੀ ਆ ਸਾਰਾ ਪ੍ਰੋਸੈਸ ਆ, ਤੇ ਆਨਲਾਈਨ ਹੀ ਤੁਹਾਡਾ ਐਗਜ਼ਾਮ ਆਉਣਾ। ਬਿਲਕੁਲ। ਪਰ ਫਿਰ ਵੀ ਅਗਰ ਕੋਈ ਬੰਦਾ ਪੜ੍ਹਾਈ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਮਤਲਬ ਮਦਦ ਚਾਹੁੰਦਾ ਤਾਂ ਇਹਦੇ ਲਈ ਕੋਈ ਮਦਦ ਦੇਣ ਲਈ ਜਿਹੜੇ ਨੋਟਸ ਵਗੈਰਾ ਜਾਂ ਕੋਈ ਮਤਲਬ ਇਹਨੂੰ ਪੜ੍ਹਾਉਣ ਲਈ ਪਲੇਟਫਾਰਮ ਵੀ ਅਵੇਲੇਬਲ ਹੈਗੇ? ਸਭ ਤੋਂ ਪਹਿਲੇ ਤਾਂ ਸੰਧੂ ਸਾਹਿਬ ਜਿਹੜਾ ਇਹ NCA ਦਾ ਐਗਜ਼ਾਮ ਹੈਗਾ ਇਹ ਓਪਨ ਬੁੱਕ ਐਗਜ਼ਾਮ ਹੈ। ਜਿਹੜੇ ਵੀ ਤੁਸੀਂ ਨੋਟਸ ਹੈ, ਜੋ ਵੀ ਤੁਸੀਂ ਨੋਟਸ ਬਣਾਏ ਹੈ, ਚਾਹੇ ਤੁਸੀਂ ਕਿਸੇ ਟਿਊਟਰ ਤੋਂ ਨੋਟਸ ਲਿੱਤੇ ਹੈ ਜਾਂ ਤੁਸੀਂ ਸੈਲਫ ਮੇਡ ਨੋਟਸ ਤੁਹਾਡੇ ਬਣੇ ਹੈ, ਉਹ ਤੁਸੀਂ ਐਗਜ਼ਾਮ ਵੇਲੇ ਆਪਣੇ ਕੋਲ ਆਪਣੇ ਡੈਸਕ ਤੇ ਰੱਖ ਸਕਦੇ ਹੋ। ਤੇ ਜਦੋਂ ਤੁਸੀਂ ਕੁਐਸਚਨ ਦਾ ਆਨਸਰ ਅਟੈਂਪਟ ਕਰਨਾ ਹੈ, ਸਬਜੈਕਟਿਵ ਆਨਸਰ, ਤੇ ਤੁਸੀਂ ਆਪਣੇ ਨੋਟਸ ਦੇ ਵਿੱਚੋਂ ਕੁਝ ਵੀ ਲਿਖ ਸਕਦੇ ਹੋ। ਤੇ ਦੂਜੀ ਗੱਲ ਇਹ ਹੈ ਕਿ ਵੀ ਤੁਸੀਂ ਸਿਲੇਬਸ ਹੁੰਦਾ ਹੈ NCA ਦਾ ਪਰ ਸਬਜੈਕਟ, ਤੁਸੀਂ ਆਪਣੇ ਆਪ ਵੀ ਸੈਲਫ ਸਟੱਡੀ ਵੀ ਕਰ ਸਕਦੇ ਹੋ। ਤੁਸੀਂ ਕਿਸੇ ਤੋਂ ਕਿਸੇ ਟਿਊਟਰ ਤੋਂ ਤੁਸੀਂ ਨੋਟਸ ਵੀ ਲੈ ਸਕਦੇ ਹੋ, ਤੇ ਕਈ ਐਵੇਂ ਦੇ ਟਿਊਟਰਸ ਹੈਗੇ ਜਿਹੜੇ ਆਨਲਾਈਨ ਪੜ੍ਹਾ ਵੀ ਰਹੇ ਹੈ, ਤੇ ਹਰ ਚੀਜ਼ ਦਾ ਹੈ। ਹੁਣ ਜਿਵੇਂ ਮੈਂ ਆਪਣਾ NCA ਦੇ ਬਾਰੇ, ਪ੍ਰਾਪਰਟੀ ਲਾਅ ਦੇ ਬਾਰੇ ਮੈਂ ਐਜ਼ ਏ ਪ੍ਰੋ ਬੋਨੋ ਬੱਚਿਆਂ ਨੂੰ ਪੜ੍ਹਾ ਰਿਹਾ, ਤੇ ਈਵਨ ਮੇਰੀ 2-3 ਵੀਡੀਓਜ਼ ਜਿਹੜੀਆਂ ਮੈਂ ਅਪਲੋਡ ਵੀ ਕੀਤੀਆਂ YouTube ਤੇ ਤੁਸੀਂ ਉਹਨੂੰ ਵੀ ਦੇਖ ਸਕਦੇ ਹੋ। ਸਰ, ਜਿੱਦਾਂ ਤੁਸੀਂ ਦੱਸਿਆ ਵੀ ਮਤਲਬ ਇਹ ਸਬਜੈਕਟਿਵ ਟਾਈਪ ਪੇਪਰ ਹੈਗੇ ਨੇ ਤੇ ਇਹ ਓਪਨ ਬੁੱਕ ਹੈਗੇ ਆ। ਚਲੋ ਉਹ ਤਾਂ ਮੈਂ ਆਪਣੇ ਦੋਸਤਾਂ ਨੂੰ ਦੱਸ ਦੇਵਾਂ ਕਿ ਬੜਾ ਸਬਜੈਕਟਿਵ ਤੇ ਬੜਾ ਲੈਂਥੀ ਜਿਹੜਾ ਹੈਗਾ ਪੜ੍ਹਾਈ ਹੈਗੀ ਆ। ਆਪਾਂ ਆਲਰੇਡੀ ਜਿਹੜਾ ਇਹ ਪ੍ਰੋਗਰਾਮ ਆ ਜਾਂ ਜੇ ਜਿਨ੍ਹਾਂ ਨੇ NCA ਦੇ ਐਗਜ਼ਾਮ ਵੀ ਦੇਣੇ ਉਹ ਖੁਦ ਵਕੀਲ ਨੇ ਔਰ ਸਮਝ ਰੱਖਦੇ ਹੋਣਗੇ। ਜਿੱਦਾਂ ਆਪਾਂ ਤੁਸੀਂ ਇਹ ਸਾਰੇ ਦੇ ਸਾਰੇ ਪੇਪਰ ਕਲੀਅਰ ਕੀਤੇ, ਅਗਰ ਤੁਸੀਂ ਇੰਡੀਅਨ ਲਾਅ ਦੇ ਨਾਲ ਕੰਪੈਰੀਜ਼ਨ ਕਰੋ, ਜਿੱਦਾਂ ਆਪਾਂ ਇੱਥੇ ਵੀ ਪੇਪਰ ਦਿੰਦੇ ਸੀ ਤਾਂ ਕਾਫੀ ਲੈਂਥੀ ਐਗਜ਼ਾਮ ਹੁੰਦੇ ਆ, ਤਾਂ ਇੰਡੀਅਨ ਲਾਅ ਦੇ ਨਾਲ ਕੰਪੈਰੀਜ਼ਨ ਕਰੀਏ ਤਾਂ ਇਹਨੂੰ ਤੁਸੀਂ ਟਫ ਕਹੋਗੇ ਜਾਂ ਇੰਡੀਅਨ ਲਾਅ ਤੋਂ ਈਜ਼ੀ ਆ? ਇਹਦੇ ਵਿੱਚ ਐਵੇਂ ਹੈ ਜੀ ਕਿ ਵੀ ਇੰਡੀਅਨ ਦਾ ਜਿਹੜਾ ਲਾਅ ਹੈ ਜਾਂ ਕੈਨੇਡਾ ਦਾ ਲਾਅ ਹੈ, ਉਹ ਸਾਰਾ ਲਾਅ ਬੇਸਡ ਹੈ ਇੰਗਲਿਸ਼ ਲਾਅ ਦੇ ਉੱਤੇ। ਤੇ ਆਲਮੋਸਟ ਜੋ ਅਸੀਂ ਲਾਅ ਇੰਡੀਆ ਦੇ ਵਿੱਚ ਪੜ੍ਹਿਆ, ਆਲਮੋਸਟ ਮੈਂ ਇਹ ਕਹਿ ਸਕਦਾ ਕਿ ਵੀ ਕੈਨੇਡੀਅਨ ਲਾਅ ਜਿਹੜਾ ਉਹ ਪੈਰਾ ਮਟੀਰੀਆ ਹੈ, ਆਲਮੋਸਟ ਬਰਾਬਰ ਹੈ। ਉਹਨਾਂ ਦਾ ਕਨਸੈਪਟ ਥੋੜ੍ਹਾ ਜਿਹਾ ਡਿਫਰੈਂਟ ਹੈ ਪਰ ਹੈ ਸੇਮ ਹੈ, ਤੇ ਇਹਨੂੰ ਆਪਾਂ ਟਫ ਨਹੀਂ ਕਹਿ ਸਕਦੇ। ਬੇਸਿਕਲੀ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਸਟ੍ਰੈਟਜੀ ਅਡਾਪਟ ਕਰਨੀ ਪੈਣੀ ਹੈ। ਸਟ੍ਰੈਟਜੀ ਇਨ ਦਾ ਸੈਂਸ ਕਿ ਵੀ ਤੁਹਾਨੂੰ ਪ੍ਰੋਪਰਲੀ ਇੱਕ ਵਾਰ ਗੋ ਥਰੂ ਕਰਨਾ ਪੈਣਾ ਹੈ, ਤੇ ਉਹਦੀ ਬੇਸਿਕ ਨੌਲੇਜ ਜਿਹੜੀ ਹੈ ਲਾਅ ਦੀ ਉਹ ਤੁਹਾਨੂੰ ਕਲੀਅਰ ਕਰਨੀ ਪੈਣੀ ਹੈ, ਫਿਰ ਤੁਸੀਂ ਅਟੈਂਪਟ ਕਰ ਸਕਦੇ ਹੋ। ਦੋਸਤੋ, ਜਿੱਦਾਂ ਆਪਣੇ ਜਿਹੜਾ ਬਾਰ ਕੌਂਸਲ ਦਾ ਐਗਜ਼ਾਮ ਹੈਗਾ ਉਹ ਵੀ ਓਪਨ ਬੁੱਕ ਐਗਜ਼ਾਮ ਆ, ਬਟ ਉਹਦਾ ਵੀ ਜਿਹੜਾ ਸਕਸੈਸ ਰਿਜ਼ਲਟ ਆ ਉਹ ਲਗਭਗ 50% ਦੇ ਕਰੀਬ ਆ, ਕਿਉਂਕਿ ਕਿਤਾਬ ਖੋਲ੍ਹ ਕੇ ਵੀ ਜਿਹੜੇ ਨੋਟਸ ਆ ਉਸ ਬੰਦੇ ਨੂੰ ਹੀ ਲੱਭਣਗੇ ਜਿਹਨੇ ਉਹ ਕਿਤਾਬ ਪੜ੍ਹੀ ਹੋਏਗੀ ਜਾਂ ਸੈਲਫ ਮੇਡ ਨੋਟਸ ਹੋਣਗੇ, ਤਾਂ ਹੀ ਤੁਸੀਂ ਓਪਨ ਬੁੱਕ ਐਗਜ਼ਾਮ ਦੇ ਵਿੱਚ ਵੀ ਸਫਲਤਾ ਪ੍ਰਾਪਤ ਕਰ ਸਕਦੇ ਹੋ। ਅਦਰਵਾਈਜ਼ ਜਿਹੜਾ ਸਮਾਂ ਉਦੋਂ ਜਦੋਂ ਅਸੀਂ ਐਗਜ਼ਾਮ ਦੇ ਅੰਦਰ ਬੈਠਦੇ ਹਾਂ ਤਾਂ ਘੋੜੇ ਦੀ ਦੌੜ ਦੌੜਦਾ, ਤਾਂ ਸਾਨੂੰ ਮਤਲਬ ਉਹਨੇ ਘੱਟ ਸਮੇਂ ਦੇ ਵਿੱਚ ਅਸੀਂ ਉਹਨਾਂ ਐਗਜ਼ਾਮ ਅਟੈਂਪਟ ਹੀ ਕਰ ਨਹੀਂ ਪਾਵਾਂਗੇ ਅਗਰ ਅਸੀਂ ਪ੍ਰੋਪਰ ਧਿਆਨ ਨਾ ਦਿੱਤਾ ਹੋਏਗਾ। ਗੋਇਲ ਸਾਹਿਬ, ਜਿੱਦਾਂ ਇਹ ਐਗਜ਼ਾਮ ਕਲੀਅਰ ਹੋ ਜਾਂਦੇ ਆ, ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਆਈ ਥਿੰਕ ਅਲੱਗ-ਅਲੱਗ ਸਟੇਟ ਦੀ ਅਲੱਗ-ਅਲੱਗ ਪਾਲਿਸੀ ਆ ਕਿ ਤੁਸੀਂ ਕਿਸ ਸਟੇਟ ਦੇ ਵਿੱਚ ਜਾ ਕੇ ਪ੍ਰੈਕਟਿਸ ਕਰਨੀ ਆ, ਉੱਥੋਂ ਦੀ ਅਲੱਗ-ਅਲੱਗ ਬਾਰ ਕੌਂਸਲ ਆ। ਤਾਂ ਕੀ ਤੁਸੀਂ ਪੂਰੇ ਕੈਨੇਡਾ ਦੇ ਵਿੱਚ ਜਿੱਦਾਂ 10 ਸਟੇਟਸ ਆ ਹਨਾ, ਕੁਝ UT ਏਰੀਆਸ ਹੈਗੇ ਨੇ, ਤਾਂ ਮਤਲਬ ਕਿਤੇ ਵੀ ਪ੍ਰੈਕਟਿਸ ਕਰ ਸਕਦੇ ਹੋ ਪੂਰੇ ਕੈਨੇਡਾ ਦੇ ਵਿੱਚ? ਇਹਦੇ ਵਿੱਚ ਜਦੋਂ ਤੁਹਾਨੂੰ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਮਿਲ ਜਾਂਦਾ ਹੈ NCA ਤੋਂ, ਤੇ ਉਹ ਜਿਹੜਾ ਤੁਹਾਡਾ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਹੈ, ਉਹ ਜਿਹੜੀ ਸੁਸਾਇਟੀ ਹੈ, ਉਹ ਜਿੰਨੀ ਲਾਅ ਸੁਸਾਇਟੀਜ਼ ਹੈ ਡਿਫਰੈਂਟ ਪ੍ਰੋਵਿੰਸਿਸ ਦੀ, ਉਹਨਾਂ ਨੂੰ ਤੁਹਾਡਾ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਭੇਜ ਦਿੰਦੇ ਆ। ਉਸ ਤੋਂ ਬਾਅਦ ਕੀ ਹੈ, ਜਿਵੇਂ ਹੁਣ ਮੈਂ ਕੁਐਸਚਨ ਕਰਦਾ ਕਿ ਓਨਟਾਰੀਓ ਪ੍ਰੋਵਿੰਸ ਬ੍ਰਿਟਿਸ਼ ਕੋਲੰਬੀਆ ਹੈ, ਉੱਥੇ ਦੀ ਡਿਫਰੈਂਟ ਲਾਅ ਸੁਸਾਇਟੀਜ਼ ਹੈ। ਇਹ NCA ਕਲੀਅਰ ਕਰਨ ਤੋਂ ਬਾਅਦ ਤੁਹਾਨੂੰ ਉਹ ਲਾਅ ਸੁਸਾਇਟੀ ਦੇ ਵਿੱਚ ਰਜਿਸਟਰ ਕਰਾਉਣਾ ਪੈਂਦਾ ਹੈ। ਉਸ ਤੋਂ ਬਾਅਦ ਤੁਹਾਨੂੰ ਬੈਰਿਸਟਰ ਐਂਡ ਸੋਲੀਸਿਟਰ ਦੇ ਐਗਜ਼ਾਮ ਕਲੀਅਰ ਕਰਨੇ ਪੈਂਦੇ ਹੈ। ਰਜਿਸਟ੍ਰੇਸ਼ਨ ਦੇ 3 ਸਾਲ ਦੇ ਅੰਦਰ ਤੁਹਾਨੂੰ ਐਗਜ਼ਾਮ ਕਲੀਅਰ ਕਰਨੇ ਪੈਂਦੇ ਹੈ ਬੈਰਿਸਟਰ ਐਂਡ ਸੋਲੀਸਿਟਰ ਦੇ, ਜਿਹਨੂੰ ਅਸੀਂ ਲਾਇਸੈਂਸਿੰਗ ਐਗਜ਼ਾਮ ਕਹਿੰਦੇ ਹਾਂ। ਉਹਦੇ ਲਈ ਜਦੋਂ ਤੁਸੀਂ ਅਪਲਾਈ ਕਰਦੇ ਹੋ
ਤੇ ਉਹ ਤੁਹਾਨੂੰ ਇੱਕ ਅਲੱਗ ਸਟੱਡੀ ਮਟੀਰੀਅਲ ਦਿੰਦੇ ਆ। ਜਿਹੜਾ ਤੁਸੀਂ NCA ਦੇ ਵਿੱਚ ਪੜ੍ਹਿਆ ਹੈ, ਕਾਫੀ ਸਬਜੈਕਟਸ ਉਹੀ ਸੇਮ ਹੁੰਦੇ ਆ, ਬਟ ਇਹ ਜਿਹੜਾ ਬੈਰਿਸਟਰ ਸੋਲੀਸਿਟਰ ਦਾ ਐਗਜ਼ਾਮ ਹੈ ਇਹ ਓਬਜੈਕਟਿਵ ਟਾਈਪ ਹੁੰਦਾ ਹੈ, ਤੇ ਇਹਦੇ ਵਿੱਚ ਤੁਹਾਨੂੰ ਆਊਟ ਆਫ 4 ਅਟੈਂਪਟ ਇੱਕ ਟਿਕ ਮਾਰਨਾ ਪੈਂਦਾ ਹੈ, ਤੇ ਇਹ ਕਲੀਅਰ ਜਦੋਂ ਤੁਸੀਂ ਕਰ ਲੈਂਦੇ ਹੋ ਪਾਰਟਿਕੂਲਰ ਇੱਕ ਲਾਅ ਸੁਸਾਇਟੀ ਦਾ, ਤੁਸੀਂ ਉੱਥੇ ਫਿਰ ਪ੍ਰੈਕਟਿਸ ਕਰ ਸਕਦੇ ਹੋ। ਇਹ ਨਹੀਂ ਹੈ ਕਿ ਤੁਸੀਂ ਓਨਟਾਰੀਓ ਲਾਅ ਸੁਸਾਇਟੀ ਆਫ ਓਨਟਾਰੀਓ ਦਾ ਕਲੀਅਰ ਕਰ ਲਿਆ ਤੇ ਤੁਸੀਂ ਬ੍ਰਿਟਿਸ਼ ਕੋਲੰਬੀਆ ਵੀ ਪ੍ਰੈਕਟਿਸ ਕਰ ਸਕਦੇ ਹੋ। ਉੱਥੇ ਲਈ ਤੁਹਾਨੂੰ ਸੈਪਰੇਟ ਉਹਨਾਂ ਦਾ ਐਗਜ਼ਾਮ ਦੇਣਾ ਪੈਣਾ ਹੈ। ਤੇ ਇੱਥੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ, ਜਿਹੜਾ NCA ਦਾ ਐਗਜ਼ਾਮ ਹੁੰਦਾ ਹੈ, ਜਿਵੇਂ ਕਨਸਟੀਟਿਊਸ਼ਨਲ ਲਾਅ ਹੈ, ਇਹ ਨਹੀਂ ਹੈ ਕਿ ਤੁਸੀਂ 100 ਨੰਬਰ ਦਾ ਕੁਐਸਚਨ ਪੇਪਰ ਹੁੰਦਾ ਹੈ, ਤੁਹਾਨੂੰ ਜਿਹੜੇ ਪਾਸਿੰਗ ਮਾਰਕਸ ਚਾਹੀਦੇ ਆ ਉਹਦੇ ਸਿਰਫ 50 ਚਾਹੀਦੇ ਆ। ਜੇ ਤੁਸੀਂ 50 ਮਾਰਕਸ ਲੈ ਗਏ ਤੇ ਤੁਸੀਂ ਪਾਸ ਹੋ ਜਾਂਦੇ ਹੋ। ਤੇ ਇਹੀ ਜਿਹੜਾ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਹੈ, ਇਹ ਤੁਹਾਨੂੰ ਜਿਹੜੇ ਤੁਹਾਡੇ PR ਦੇ ਪੁਆਇੰਟਸ ਬਣਦੇ ਆ, ਜਿਹਨੂੰ ਆਪਾਂ CRS ਸਕੋਰ ਵੀ ਕਹਿ ਦਿੰਦੇ ਆ, ਤੇ ਜਿਹਦੇ ਕੋਲ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਆ ਜਾਂਦਾ ਹੈ, ਉਹਨੂੰ ਸਿੱਧੇ ਤੌਰ ਤੇ 50 ਪੁਆਇੰਟਸ ਐਕਸਟਰਾ ਮਿਲ ਜਾਂਦੇ ਆ। ਬਹੁਤ ਸਾਰੇ ਜਿਹੜੇ ਮੇਰੇ ਦੋਸਤ ਆ ਉਹਨਾਂ ਦਾ NCA ਕਰਨ ਦਾ ਜਿਹੜਾ ਪਰਪਸ ਹੈਗਾ ਜਾਂ ਇਹ ਐਗਜ਼ਾਮ ਕਰਨ ਦਾ ਪਰਪਸ ਹੈਗਾ ਉਹ ਪਰਮਾਨੈਂਟ ਰੈਜ਼ੀਡੈਂਸੀ ਆ। ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ ਬੜੇ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ ਕਿ NCA ਦਾ ਕਿੰਨਾ ਕੁ ਯੋਗਦਾਨ ਆ। ਤੁਸੀਂ ਬੜਾ ਵਧੀਆ ਜਵਾਬ ਦਿੱਤਾ ਕਿ ਤੁਹਾਨੂੰ ਜਿਹੜਾ CRS ਸਕੋਰ ਦੇ ਵਿੱਚ ਇੰਪਰੂਵਮੈਂਟ ਹੋ ਜਾਂਦੀ ਹੈ ਜਦੋਂ ਤੁਹਾਨੂੰ ਕੁਆਲੀਫਿਕੇਸ਼ਨ ਆਫ ਸਰਟੀਫਿਕੇਟ ਮਿਲ ਜਾਂਦਾ। ਸਰ ਇੱਥੇ ਮੈਂ ਬੜਾ ਮੇਰੇ ਇੱਕ ਮਤਲਬ ਸਵਾਲ ਦਿਮਾਗ ਦੇ ਵਿੱਚ ਆ ਰਿਹਾ, ਉਹ ਇਹ ਆ ਕਿ ਜਦੋਂ ਤੁਸੀਂ NCA ਕਲੀਅਰ ਕਰ ਲਿਆ, CRS ਸਕੋਰ ਦੇ ਵਿੱਚ ਤਾਂ ਬੂਸਟ ਤੁਹਾਨੂੰ ਉਦੋਂ ਹੀ ਮਿਲ ਗਿਆ, ਜਾਂ ਉਹਦੇ ਲਈ ਵੀ ਤੁਹਾਨੂੰ ਕਿਸੇ ਸੁਸਾਇਟੀ ਦੇ ਲਈ ਰਜਿਸਟਰ ਹੋਣਾ ਜ਼ਰੂਰੀ ਹੈ? ਨਹੀਂ, ਉਹਦੇ ਲਈ ਕਿਸੇ ਸੁਸਾਇਟੀ ਲਈ ਰਜਿਸਟਰ ਹੋਣਾ ਜ਼ਰੂਰੀ ਨਹੀਂ ਹੈ ਜੀ। ਲਾਇਸੈਂਸਿੰਗ ਐਗਜ਼ਾਮ ਇੱਕ ਅਲੱਗ ਚੀਜ਼ ਹੈ, ਬਟ ਜਿਹੜਾ ਤੁਹਾਨੂੰ ਇਹ 50 ਪੁਆਇੰਟ ਮਿਲਣਗੇ ਤੁਹਾਨੂੰ ਸਰਟੀਫਿਕੇਟ ਆਫ ਕੁਆਲੀਫਿਕੇਸ਼ਨ ਦੇ ਮਿਲ ਰਹੇ ਹੈ। ਇਹ ਹਰ ਪ੍ਰੋਵਿੰਸ ਦੇ ਵਿੱਚ ਐਪਲੀਕੇਬਲ ਹੈ। ਸਰ ਜਿੱਦਾਂ ਆਪਾਂ ਗੱਲ ਕੀਤੀ ਬੈਰਿਸਟਰ ਜਾਂ ਸੋਲਿਸਿਟਰ ਦਾ ਜਿਹੜਾ ਐਗਜ਼ਾਮ ਹੈਗਾ, ਕੀ ਇਹ ਐਗਜ਼ਾਮ ਬੰਦਾ 2 ਅਟੈਂਪਟ 'ਚ ਅਲੱਗ-ਅਲੱਗ ਵੀ ਦੇ ਸਕਦਾ ਜਾਂ ਦੋਨੋਂ ਇਕੱਠੇ ਹੀ ਦੇਣਾ ਪਊਗਾ? ਨਹੀਂ ਜੀ, ਇਹ ਬੇਸਿਕਲੀ ਬੈਰਿਸਟਰ ਦੇ ਐਗਜ਼ਾਮ ਅਲੱਗ ਹੁੰਦੇ ਆ, ਸੋਲਿਸਿਟਰ ਦੇ ਐਗਜ਼ਾਮ ਅਲੱਗ ਹੁੰਦੇ ਆ, ਤੇ ਇਹਨਾਂ ਦੀ ਡੇਟਸ ਵੀ ਡਿਫਰੈਂਟ ਹੁੰਦੀ ਹੈ। ਤੁਸੀਂ ਕੋਈ ਵੀ ਐਗਜ਼ਾਮ ਪਹਿਲੇ ਦੇ ਸਕਦੇ ਹੋ, ਚਾਹੇ ਤੁਸੀਂ ਸੋਲਿਸਿਟਰ ਦਾ ਪਹਿਲੇ ਦੇ ਦਿਓ, ਚਾਹੇ ਬੈਰਿਸਟਰ ਦਾ ਦੇ ਦਿਓ, ਜਾਂ ਬਾਅਦ ਚੋਂ ਦੂਜਾ ਦੇ ਦਿਓ। ਸਰ ਇਹਨਾਂ ਦਾ ਜਿਹੜਾ ਟਾਈਮ ਆ ਉਹ ਕਿੰਨਾ ਕੁ ਟਾਈਮ ਹੁੰਦਾ ਔਰ ਕਿੰਨੇ ਕੁਐਸਚਨ ਆਉਂਦੇ ਆ ਇਹਨਾਂ ਐਗਜ਼ਾਮ ਦੇ ਵਿੱਚ? ਇਹ ਜਨਰਲੀ 4 ਘੰਟੇ ਦਾ ਐਗਜ਼ਾਮ ਹੁੰਦਾ ਇੱਕ ਐਗਜ਼ਾਮ, ਤੇ ਆਲਮੋਸਟ 160 ਕੁਐਸਚਨਸ ਆਉਂਦੇ ਆ ਜੀ, ਤੇ ਟਾਈਮ ਲਿਮਿਟ ਬੜੀ ਘੱਟ ਹੁੰਦੀ ਹੈ। ਸਟੱਡੀ ਮਟੀਰੀਅਲ ਤੁਹਾਡੇ ਕੋਲ ਹੁੰਦਾ ਹੈ, ਬਟ ਜਦ ਤੱਕ ਤੁਹਾਨੂੰ ਬੇਸਿਕ ਕਨਸੈਪਟਸ ਕਲੀਅਰ ਨਹੀਂ ਹੈ ਔਰ ਤੁਹਾਨੂੰ ਇਹ ਨਹੀਂ ਪਤਾ ਵੀ ਕਿਹੜੀ ਚੀਜ਼ ਕਿੱਥੇ ਹੋ ਸਕਦੀ ਹੈ, ਤੁਸੀਂ ਅਟੈਂਪਟ ਨਹੀਂ ਕਰ ਸਕਦੇ। ਸਰ ਜਿੱਦਾਂ ਆਪਾਂ ਸਾਰਾ ਪ੍ਰੋਸੈਸ ਦੀ ਗੱਲਬਾਤ ਕੀਤੀ, ਅਸੈਸਮੈਂਟ ਤੋਂ ਲੈ ਕੇ ਫਿਰ ਸਬਜੈਕਟ ਕਿੰਨੇ ਤੁਸੀਂ ਪੜ੍ਹਨੇ ਆ, ਕਿੰਨੇ ਤੁਸੀਂ ਐਗਜ਼ਾਮ ਦੇਣੇ ਆ, ਜੇ ਮੈਂ ਸਿਰਫ ਤੇ ਸਿਰਫ ਸਰਕਾਰੀ ਫੀਸਾਂ ਦੀ ਗੱਲ ਕਰਾਂ, ਅਸੈਸਮੈਂਟ ਦੀ ਫੀਸ, ਫਿਰ ਸਬਜੈਕਟ ਵਾਈਜ਼ ਐਗਜ਼ਾਮ ਦੀ ਫੀਸ, ਫਿਰ ਬੈਰਿਸਟਰ ਐਂਡ ਸੋਲਿਸਿਟਰ ਐਗਜ਼ਾਮ ਦੀ ਫੀਸ, ਤਾਂ ਕਿੰਨਾ ਡਾਲਰ ਆ ਜਿਹੜਾ ਇਸ ਤੇ ਖਰਚਾ ਆ ਜਾਂਦਾ? ਐਵੇਂ ਹੈ ਜੀ, ਜਦੋਂ ਤੁਸੀਂ ਸਟਾਰਟਿੰਗ ਵਿੱਚ NCA 'ਚ ਰਜਿਸਟਰ ਕਰਾਉਂਦੇ ਹੋ ਤਾਂ ਅਪਰੋਕਸੀਮੇਟਲੀ ਕੋਈ $350 ਤਾਂ ਤੁਹਾਡੇ ਉਸੇ ਵੇਲੇ ਲੱਗ ਜਾਂਦੇ ਹੈ। ਉਸ ਤੋਂ ਬਾਅਦ ਜਿਹੜੀ ਤੁਸੀਂ ਟਰਾਂਸਕ੍ਰਿਪਟਸ ਭਿਜਵਾਉਂਦੇ ਹੋ ਯੂਨੀਵਰਸਿਟੀ ਤੋਂ, ਉਹ ਉਹਨਾਂ ਦੀ ਫੀਸ ਹੁੰਦੀ ਹੈ, ਤੇ ਉਸ ਤੋਂ ਬਾਅਦ ਪਰ ਐਗਜ਼ਾਮ ਜਿਹੜੀ ਹੈ NCA ਦੀ ਉਹ ਫੀਸ ਹੁੰਦੀ ਹੈ, ਜਿਹੜੀ ਕਿ $350 ਤੋਂ ਲੈ ਕੇ $400 ਹੁੰਦੀ ਹੈ। ਤੇ ਇੱਕ ਐਗਜ਼ਾਮ ਤੁਸੀਂ ਉਹਦੇ ਲਈ ਤੁਸੀਂ 4 ਅਟੈਂਪਟ ਤੁਹਾਨੂੰ ਮਿਲਦੇ ਆ ਪਰ ਐਗਜ਼ਾਮ। ਅਗਰ ਤੁਸੀਂ 4 ਅਟੈਂਪਟ ਦੇ ਵਿੱਚ ਨਹੀਂ ਕਲੀਅਰ ਕੀਤਾ ਤੇ ਤੁਸੀਂ ਫੇਰ ਨਹੀਂ ਦੇ ਸਕਦੇ। ਐਵੇਂ ਹੀ ਜਿਹੜਾ ਬੈਰਿਸਟਰ ਸੋਲਿਸਿਟਰ ਦਾ ਹੈਗਾ, ਉਹਦੇ ਲਈ ਵੀ ਅਪਰੋਕਸੀਮੇਟਲੀ ਤੁਹਾਡੀ ਕੋਈ $1500-1600 ਜਿਹੜੀ ਹੈ ਉਹ ਫੀਸ ਲੱਗ ਜਾਂਦੀ ਹੈ ਲਗਭਗ। ਦੋਸਤੋ ਅਗਰ ਤੁਹਾਨੂੰ 5 ਪੇਪਰ ਦੇਣੇ ਪੈਂਦੇ ਆ ਤਾਂ $2000 ਦਾ ਖਰਚਾ ਇਹ ਆ। ਅਸੈਸਮੈਂਟ ਦਾ ਲਾ ਲਓ $400, ਔਰ ਇਸ ਤੋਂ ਬਾਅਦ ਮਤਲਬ $4000 ਤਾਂ ਤੁਹਾਡਾ ਜਿਹੜਾ ਸਰਕਾਰੀ ਫੀਸਾਂ ਹੈਗੀਆਂ ਵਕੀਲ ਬਣਨ ਤੱਕ ਦੀਆਂ। ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਤੁਸੀਂ ਕੋਈ ਟਿਊਟਰ ਹਾਇਰ ਕਰਦੇ ਹੋ ਤਾਂ ਇਹ ਉਸ ਟਿਊਟਰ ਦੀ ਕਾਬਲੀਅਤ 'ਤੇ ਜਾਂ ਉਹਦੀ ਮਾਰਕੀਟਿੰਗ ਸਟ੍ਰੈਟਜੀ 'ਤੇ ਡਿਪੈਂਡ ਆ ਕਿ ਉਹ ਤੁਹਾਨੂੰ ਕਿੰਨੇ ਲੈਕਚਰ ਦਿੰਦਾ ਔਰ ਉਹ ਕਿੰਨੀ ਫੀਸ ਉਸ ਦੇ ਬਦਲੇ 'ਚ ਚਾਰਜ ਕਰਦਾ। ਤੁਸੀਂ ਇੰਡੀਆ ਦੇ ਵਿੱਚ ਬੈਠੇ ਪਹਿਲਾਂ ਇਹ ਐਗਜ਼ਾਮ ਦੇਣ ਦੇ ਲਈ ਤੁਹਾਨੂੰ ਸੈਂਟਰ ਬਣਦਾ ਸੀ ਦਿੱਲੀ, ਔਰ ਜਾਣਾ ਪੈਂਦਾ ਸੀ, ਔਰ ਨਾ ਹੀ ਕੋਈ ਆਨਲਾਈਨ ਕੋਚਿੰਗ ਦਾ ਕੋਈ ਜ਼ਿਆਦਾ ਵਧੀਆ ਪ੍ਰਬੰਧ ਸੀ। ਕੋਵਿਡ ਦੇ ਦੌਰਾਨ ਬਹੁਤ ਜਿਹੜਾ ਇਹ ਵਧੀਆ ਇੱਕ ਗੱਲ ਹੋ ਗਈ ਕਿ ਤੁਸੀਂ ਘਰੇ ਬੈਠੇ ਆਪਣੇ ਫ੍ਰੀ ਟਾਈਮ ਦੇ ਵਿੱਚ ਕਿਸੇ ਵੀ ਟਿਊਟਰ ਤੋਂ ਆਨਲਾਈਨ ਇਹਦੀ ਜਿਹੜੀ ਹੈਗੀ ਆ ਕੋਚਿੰਗ ਲੈ ਸਕਦੇ ਹੋ। ਆਨਲਾਈਨ ਹੀ ਤੁਸੀਂ ਅਸੈਸਮੈਂਟ ਕਰਵਾਉਣੀ ਆ, ਆਨਲਾਈਨ ਹੀ ਤੁਹਾਡੇ ਐਗਜ਼ਾਮ ਘਰੇ ਬੈਠ ਕੇ ਹੀ ਤੁਸੀਂ ਸਿਸਟਮ 'ਤੇ ਐਗਜ਼ਾਮ ਦੇਣੇ ਆ। ਔਰ ਅਗਰ ਤੁਸੀਂ PR ਅਪਲਾਈ ਕਰਨਾ ਚਾਹੁੰਦੇ ਹੋ ਤਾਂ PR ਦੇ ਵਿੱਚ ਸਿੱਧਾ ਤੁਹਾਡੇ ਜਿਹੜਾ CRS ਸਕੋਰ ਦੇ ਵਿੱਚ 50 ਜਿਹੜਾ ਸਕੋਰ ਦਾ ਵਾਧਾ ਹੋ ਜਾਂਦਾ। 50 ਸਕੋਰ ਜੇ ਮੈਂ CRS ਪੁਆਇੰਟ ਦੀ ਗੱਲ ਕਰਾਂ ਤਾਂ ਬਹੁਤ ਜ਼ਿਆਦਾ ਨੇ।
ਉਸ ਤੋਂ ਬਾਅਦ ਜਦੋਂ ਤੁਸੀਂ ਕੈਨੇਡਾ ਪਹੁੰਚ ਜਾਂਦੇ ਹੋ, ਕਿਸੇ ਵੀ ਸੁਸਾਇਟੀ ਦੇ ਨਾਲ ਬਤੌਰ ਵਕੀਲ ਰਜਿਸਟਰਡ ਹੁੰਦੇ ਹੋ, ਤਾਂ ਸਰ ਉੱਥੇ ਜਦੋਂ ਜਾ ਕੇ ਪ੍ਰੈਕਟਿਸ ਸਟਾਰਟ ਕਰਨੀ ਆ ਹਾਂਜੀ ਤਾਂ ਡੈਫੀਨੇਟਲੀ ਪਹਿਲਾਂ ਕਿਸੇ ਮਤਲਬ ਉੱਥੇ ਜਿਹੜੇ ਮੌਜੂਦਾ ਵਕੀਲ ਆ ਉਹਨੂੰ ਜੁਆਇਨ ਕਰਨਾ ਪਊਗਾ, ਠੀਕ ਹੈ ਜੀ। ਤਾਂ ਕਿੰਨੇ ਕੁ ਟਾਈਮ ਦੇ ਵਿੱਚ ਜਿਹੜਾ ਆਮ ਇੱਕ ਨਾਰਮਲ ਬੰਦਾ ਜਿਹਦੇ ਕੋਲੇ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਤਜਰਬਾ ਹੈਗਾ ਜਾਂ ਕਿਸੇ ਡਿਸਟ੍ਰਿਕਟ ਕੋਰਟ ਦਾ ਤਜਰਬਾ ਹੈਗਾ, ਉਹ ਕੈਨੇਡਾ ਦੇ ਵਿੱਚ ਕੋਰਟ ਦੇ ਵਿੱਚ ਅਪੀਅਰ ਹੋਣ ਦੇ ਯੋਗ ਹੋ ਜਾਂਦਾ? ਐਵੇਂ ਹੈ ਜੀ, ਇਹਦੇ ਵਿੱਚ ਜਿਹਦੇ ਕੋਲ ਅਪਰੋਕਸੀਮੇਟਲੀ 8 ਜਾਂ 10 ਸਾਲ ਦਾ ਐਕਸਪੀਰੀਅੰਸ ਹੈਗਾ ਇੰਡੀਆ ਦੇ ਵਿੱਚ, ਤੇ ਉੱਥੇ ਜਦੋਂ ਤੁਸੀਂ ਬੈਰਿਸਟਰ ਸੋਲੀਸਿਟਰ ਦੇ ਐਗਜ਼ਾਮ ਦੇਣੇ ਹੈ ਤੇ ਤੁਹਾਨੂੰ ਆਰਟੀਕਲਿੰਗ ਵੀ ਕਰਨੀ ਪੈਂਦੀ ਹੈ ਕਿਸੇ ਐਡਵੋਕੇਟ ਦੇ ਨਾਲ, ਉੱਥੇ ਦੇ ਐਡਵੋਕੇਟ ਦੇ ਨਾਲ। ਪਰ ਜੇ ਤੁਹਾਡੇ ਕੋਲ 8 ਤੋਂ 10 ਸਾਲ ਦਾ ਐਕਸਪੀਰੀਅੰਸ ਹੈ ਤੇ ਜਨਰਲੀ ਤੁਹਾਨੂੰ ਲਾਅ ਸੁਸਾਇਟੀਜ਼ ਜਿਹੜੀ ਹੈ ਉਸ ਦੀ ਵੀ ਐਗਜ਼ੈਂਪਸ਼ਨ ਦੇ ਦਿੰਦੀ ਹੈ। ਜੇ ਤੁਹਾਡਾ ਸੋਲਿਡ ਕੇਸ ਹੋਵੇ, ਪ੍ਰੋਪਰ ਤੁਸੀਂ ਪ੍ਰੈਕਟਿਸ ਵਿੱਚ ਹੋ, ਤੁਹਾਡੀ ਜਿਹੜੀ ਬਾਰ ਕੌਂਸਲ ਹੈ, ਬਾਰ ਐਸੋਸੀਏਸ਼ਨ, ਪਲੱਸ ਤੁਹਾਡੇ ਜਿਹੜੇ ਰੈਫਰਲ ਹੈ, ਤੁਹਾਡੇ ਸੀਨੀਅਰ ਐਡਵੋਕੇਟਸ ਹੈ, ਤੁਹਾਡੇ ਕੁਲੀਗਸ ਹੈ, ਤੁਹਾਡੇ ਬਾਰੇ ਵਧੀਆ ਜਿਹਾ ਲਿਖ ਕੇ ਉੱਥੇ ਭੇਜਦੇ ਹੈ ਜੋ ਐਕਚੁਅਲ ਦੇ ਵਿੱਚ ਹੈ, ਤੇ ਹੋ ਸਕਦਾ ਹੈ ਤੁਹਾਨੂੰ ਉਧਰ ਦੀ ਲਾਅ ਸੁਸਾਇਟੀ ਜਿਹੜੀ ਹੈ ਉਹ ਐਗਜ਼ੈਂਪਸ਼ਨ ਵੀ ਦੇ ਦਿੰਦੀ ਹੈ। ਫਿਰ ਅਗਰ ਤੁਹਾਨੂੰ ਐਗਜ਼ੈਂਪਸ਼ਨ ਮਿਲ ਜਾਂਦੀ ਹੈ, ਤੁਸੀਂ ਬੈਰਿਸਟਰ ਸੋਲੀਸਿਟਰ ਦਾ ਐਗਜ਼ਾਮ ਕਲੀਅਰ ਕਰ ਲੈਂਦੇ ਹੋ, ਤੇ ਤੁਹਾਨੂੰ ਉੱਥੇ ਜ਼ਰੂਰੀ ਨਹੀਂ ਹੈ ਕਿ ਵੀ ਤੁਹਾਨੂੰ ਉੱਥੇ ਕਿਸੇ ਐਡਵੋਕੇਟ ਦਾ ਵੀ ਐਸੋਸੀਏਟ ਬਣਨਾ ਪਵੇ, ਤੁਸੀਂ ਸਿੱਧੇ ਤੌਰ ਤੇ ਪ੍ਰੈਕਟਿਸ ਵੀ ਸ਼ੁਰੂ ਕਰ ਸਕਦੇ ਹੋ। ਪਰ ਚਲੋ ਗੋਇਲ ਸਾਹਿਬ, ਉਹ ਤਾਂ ਜੇ ਕੋਈ ਕਿਸੇ ਦੇ ਨਾਲ ਐਸੋਸੀਏਸ਼ਨ ਕਰਦਾ ਤੇ ਕਾਫੀ ਮਦਦ ਮਿਲ ਜੂਗੀ এনवायरमेंट ਨੂੰ ਸਮਝਣ ਦੀ, ਇੱਕ ਕੋਰਟ ਦਾ ਮਾਹੌਲ ਦੇਖਣ ਦੀ, ਕੋਰਟ ਦੇ ਵਿੱਚ ਪ੍ਰੈਜ਼ੈਂਟ ਹੋਣ ਦੀ, ਕਿਉਂਕਿ ਸਾਡੇ ਨਾਲੋਂ ਕਲਚਰ ਦਾ ਫਰਕ ਆ, ਸਾਡੇ ਨਾਲੋਂ ਸਿਸਟਮ ਦਾ ਫਰਕ ਆ। ਤਾਂ ਇਸ ਤੋਂ ਇਲਾਵਾ ਹੋਰ ਤੁਹਾਡੇ ਵੱਲੋਂ ਕੀ ਸਲਾਹ ਕਿ ਜਿਹੜੀਆਂ ਗੱਲਾਂ ਦਾ ਵਕੀਲ ਭਾਈਚਾਰੇ ਦੇ ਜਿਹੜੇ ਸਾਡੇ ਕੋਲੀਗਸ ਆ ਉਹ ਧਿਆਨ ਰੱਖਣ, ਜਿਹੜੀਆਂ ਉਹਨਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦੀਆਂ ਐਨਸੀਏ ਦੇ ਇੱਥੇ ਐਗਜ਼ਾਮ ਲਈ? ਤੁਸੀਂ ਸਹੀ ਗੱਲ ਕਹੀ ਜੀ ਕਿ ਵੀ ਉੱਥੇ ਦਾ ਮਾਹੌਲ ਡਿਫਰੈਂਟ ਹੈ, ਉੱਥੇ ਦੀ ਪ੍ਰੈਕਟਿਸ ਡਿਫਰੈਂਟ ਹੈ, ਉੱਥੇ ਦਾ ਕਲਚਰ ਡਿਫਰੈਂਟ ਹੈ, ਤੇ ਨੈਚੁਰਲੀ ਉੱਥੇ ਦੇ ਲਾਜ਼ ਵੀ ਡਿਫਰੈਂਟ ਹੈ। ਤੇ ਬੈਟਰ ਇਹੀ ਰਹਿੰਦਾ ਹੈ ਕਿ ਜਦੋਂ ਤੁਸੀਂ ਬੈਰਿਸਟਰ ਸੋਲੀਸਿਟਰ ਦਾ ਐਗਜ਼ਾਮ ਦੇ ਦਿਓ ਤੇ ਤੁਹਾਡਾ ਕਲੀਅਰ ਹੋ ਜਾਵੇ, ਜੇ ਤੁਹਾਨੂੰ ਐਗਜ਼ੈਂਪਸ਼ਨ ਵੀ ਮਿਲੀ ਹੈ ਕਿ ਆਰਟੀਕਲਿੰਗ ਦੀ ਐਗਜ਼ੈਂਪਸ਼ਨ ਵੀ ਮਿਲ ਗਈ, ਤਾਂ ਵੀ ਤੁਹਾਨੂੰ ਜਿਵੇਂ ਆਪਣੇ ਇੰਡੀਆ ਦੇ ਵਿੱਚ ਹੈ, ਲਾਅ ਤੋਂ ਬਾਅਦ ਅਗਰ ਤੁਸੀਂ ਕਿਸੇ ਸੀਨੀਅਰ ਦੇ ਨਾਲ ਐਸੋਸੀਏਟ ਹੁੰਦੇ ਹੋ ਤਾਂ ਤੁਹਾਨੂੰ ਪ੍ਰੋਸੀਜਰਲ ਲਾਅ ਦਾ ਪਤਾ ਚੱਲ ਜਾਂਦਾ ਹੈ, ਬਹੁਤ ਕੁਝ ਚੀਜ਼ਾਂ ਦਾ ਪਤਾ ਚੱਲ ਜਾਂਦਾ ਹੈ ਤੁਹਾਨੂੰ, ਪਲੱਸ ਮਾਈਨਸ ਜਿਹੜੇ ਪ੍ਰੋਫੈਸ਼ਨ ਦੇ ਆ ਉਹਨਾਂ ਦੇ ਬਾਰੇ ਪਤਾ ਚੱਲ ਜਾਂਦਾ ਹੈ। ਤੇ ਉੱਥੇ ਵੀ ਤੁਹਾਨੂੰ ਕਿਸੇ ਦੇ ਨਾਲ ਐਸੋਸੀਏਟ ਹੋ ਜਾਣਾ ਚਾਹੀਦਾ ਹੈ ਪਹਿਲੇ 1 ਜਾਂ 2 ਸਾਲ, ਤਾਂ ਕਿ ਤੁਹਾਨੂੰ ਉੱਥੇ ਇਨ ਐਂਡ ਆਊਟ ਪਤਾ ਚੱਲ ਜਾਣ, ਤਾਂ ਕਿ ਤੁਸੀਂ ਕੋਈ ਗਲਤੀ ਨਾ ਕਰੋ। ਤੁਸੀਂ ਸਰ ਜਦੋਂ ਇਹ ਐਗਜ਼ਾਮ ਹੁਣ ਕਲੀਅਰ ਕੀਤੇ ਸਾਰੇ, ਹਾਂਜੀ, ਤੁਹਾਡਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ? ਤੁਸੀਂ ਕਿੰਨਾ ਕੁ ਟਾਈਮ ਦਿੱਤਾ ਤੇ ਤੁਹਾਡਾ ਮਤਲਬ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਸਾਰੇ? ਦੇਖੋ ਜੀ, ਮੈਂ ਪਿਛਲੇ 29 ਸਾਲ ਤੋਂ ਐਕਟਿਵ ਪ੍ਰੈਕਟਿਸ ਦੇ ਵਿੱਚ ਹਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ। ਤੇ ਮੇਰੇ ਕੋਲ ਵੈਸੇ ਤਾਂ ਨਾਰਮਲ ਵਿੱਚ ਟਾਈਮ ਨਹੀਂ ਹੁੰਦਾ ਸੀਗਾ ਕਿ ਮੈਂ ਪੜ੍ਹਾਂ ਵੀ ਤੇ ਐਗਜ਼ਾਮ ਵੀ ਦੇਵਾਂ, ਬਟ ਮੈਨੂੰ ਬੈਨੀਫਿਟ ਇਹ ਹੈ ਕਿ ਵੀ ਕੋਵਿਡ ਦੇ ਵਿੱਚ ਅਸੀਂ ਆਲਮੋਸਟ ਕਾਫੀ ਹੱਦ ਤੱਕ ਫ੍ਰੀ ਸੀਗੇ, ਸਾਡੇ ਕੋਲ ਚੰਗਾ ਟਾਈਮ ਸੀਗਾ। ਉਹਨਾਂ ਦਿਨਾਂ ਦੇ ਵਿੱਚ ਮੈਂ ਆਪਣੇ ਸੈਲਫ ਨੋਟਸ ਬਣਾਏ, ਮੈਂ ਕਿਸੇ ਦੇ ਨੋਟਸ ਵੀ ਨਹੀਂ ਪੜ੍ਹੇ, ਕਿਉਂਕਿ ਸਿਲੇਬਸ ਦੇ ਵਿੱਚ ਜੋ ਗੱਲਾਂ ਲਿਖੀਆਂ ਹੋਈਆਂ ਸੀ ਉਹਨਾਂ 'ਤੇ ਮੈਂ ਰਿਸਰਚ ਮਾਰੀ, ਉਹਨਾਂ ਦੇ ਆਪਣੇ ਨੋਟਸ ਬਣਾਏ, ਉਹਦੇ ਬੇਸ 'ਤੇ ਮੈਂ ਐਗਜ਼ਾਮ ਦੇ ਦਿੱਤੇ। ਤੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਵੀ ਕਿਉਂਕਿ ਕੈਨੇਡੀਅਨ ਲਾਅ ਤੇ ਇੰਡੀਅਨ ਲਾਅ ਆਲਮੋਸਟ ਸੇਮ ਹੈ, ਤੇ ਮੈਂ ਕੈਨੇਡੀਅਨ ਲਾਅ ਨੂੰ ਵੀ ਇੰਡੀਅਨ ਕਨਸੈਪਟ ਨਾਲ ਪੜ੍ਹਿਆ ਤਾਂ ਮੈਨੂੰ ਈਜ਼ੀ ਰਿਹਾ। ਤੇ ਜੋ ਮੈਂ ਪ੍ਰੈਕਟਿਸ ਦੇ ਵਿੱਚ ਸਿੱਖਿਆ ਅੱਜ ਤੱਕ 29-30 ਸਾਲਾਂ ਦੇ ਵਿੱਚ, ਉਹ ਵੀ ਮੇਰਾ ਤਜਰਬਾ ਬੜਾ ਕੰਮ ਆਇਆ ਆਨਸਰਸ ਦੇਣ ਦੇ। ਤੇ ਇਸ ਲਈ ਇਹ ਕੋਈ ਔਖਾ ਕੰਮ ਨਹੀਂ ਹੈ, ਬਟ ਬੈਟਰ ਇਹ ਹੈ ਕਿ ਵੀ ਤੁਸੀਂ ਬੇਸਿਕਸ ਸਾਰੇ ਕਲੀਅਰ ਕਰੋ, ਪ੍ਰੋਪਰਲੀ ਉਹਨੂੰ ਸਟੱਡੀ ਕਰੋ। ਜੇ ਤੁਸੀਂ ਡੇਲੀ 2 ਘੰਟੇ ਵੀ ਪੜ੍ਹ ਲੈਂਦੇ ਹੋ ਤੇ ਤੁਸੀਂ ਕਲੀਅਰ ਕਰ ਸਕਦੇ ਹੋ। ਦੋਸਤੋ, ਅੱਜ ਦਾ ਜਿਹੜਾ ਇਹ ਵਿਸ਼ਾ ਸੀ, ਕਾਫੀ ਮੇਰੇ ਕੋਲ ਜਦੋਂ ਅਸੀਂ ਇਸ ਪੇਸ਼ੇ ਦੇ ਨਾਲ ਜੁੜੇ ਹੋਏ ਹਾਂ ਤਾਂ ਬੜੇ ਤਰ੍ਹਾਂ ਦੇ ਮੇਰੇ ਵਕੀਲ ਭਾਈਚਾਰੇ ਦੇ ਮਤਲਬ ਸਵਾਲ ਆਉਂਦੇ ਸੀ, ਜਿਹੜੇ ਲੋਕ ਪੀਆਰ ਅਪਲਾਈ ਕਰਨਾ ਚਾਹੁੰਦੇ ਆ ਜਾਂ ਵੈਸੇ ਹੀ ਮਤਲਬ ਪੜ੍ਹਾਈ ਕਰਨਾ ਜਿਨ੍ਹਾਂ ਦਾ ਸ਼ੌਂਕ ਆ, ਉਹ ਕੁਛ ਨਾ ਕੁਛ ਐਡ ਔਨ ਕਰਨਾ ਚਾਹੁੰਦੇ ਆ। ਬਹੁਤ ਸਾਰੇ ਮੇਰੇ ਵੀਰ LLM ਕਰ ਰਹੇ ਆ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਪੋਸਟ ਗ੍ਰੈਜੂਏਟ ਡਿਪਲੋਮਾਸ ਹੈਗੇ ਸਾਡੇ ਲਾਅ ਨੂੰ ਸਪੋਰਟ ਕਰਨ ਵਾਲੇ। ਸਰ, ਇੱਥੇ ਮੈਂ ਇੱਕ ਸਵਾਲ ਹੋਰ ਕਰਨਾ ਚਾਹੂੰ, ਅਗਰ ਕਿਸੇ ਨੇ ਕੋਈ ਹੋਰ ਪੋਸਟ ਗ੍ਰੈਜੂਏਟ ਡਿਪਲੋਮਾ ਲਾਅ ਫੀਲਡ ਦਾ ਕੀਤਾ ਜਾਂ LLM ਕੀਤੀ ਹੋਈ ਆ, ਤਾਂ ਕੀ ਉਹਨੂੰ ਉਸ ਦਾ ਕੋਈ ਬੈਨੀਫਿਟ ਮਿਲਦਾ ਜਦੋਂ ਉਹ ਅਸੈਸਮੈਂਟ ਕਰਵਾਉਂਦਾ? ਅਸੈਸਮੈਂਟ ਦਾ ਬੈਨੀਫਿਟ ਮਿਲ ਵੀ ਜਾਂਦਾ ਹੈ ਜੀ। ਹੁਣੇ ਰੀਸੈਂਟਲੀ ਮੇਰੇ ਇੱਕ ਫਰੈਂਡ ਨੇ ਜਿਹਨੇ LLM ਕੀਤੀ ਸੀਗੀ ਤੇ ਉਹਨੇ ਵੀ ਅਸੈਸਮੈਂਟ ਕਰਾਈ ਆਪਣੀ। ਤੇ ਜਨਰਲੀ ਕਈ ਵਾਰ ਕੀ ਹੈ ਕਿ ਤੁਹਾਨੂੰ 6, 7, 8 ਸਬਜੈਕਟ ਵੀ ਮਿਲ ਜਾਂਦੇ ਹੈ, ਪਰ ਉਹਨੂੰ ਸਿਰਫ 5 ਹੀ ਮਿਲੇ। ਤੇ ਹੋ ਸਕਦਾ ਹੈ ਜਿਹਨੇ LLM ਕੀਤੀ ਹੋਵੇ, LLM ਦੇ ਵਿੱਚ ਰਿਸਰਚ ਦਾ ਵੀ ਇੱਕ ਸਬਜੈਕਟ ਹੁੰਦਾ ਹੈ, ਹੋ ਸਕਦਾ ਉਹਨੂੰ ਰਿਸਰਚ ਦੀ ਵੀ ਐਗਜ਼ੈਂਪਸ਼ਨ ਮਿਲ ਜਾਵੇ, ਤੇ ਇਹ ਬੈਨੀਫਿਟ ਮਿਲਦਾ। ਦੋਸਤੋ, ਅਗਰ ਤੁਸੀਂ ਵਾਕਿਆ ਹੀ ਪੜ੍ਹਾਈ ਦੇ ਵਿੱਚ ਇੰਟਰਸਟ ਰੱਖਦੇ ਹੋ ਜਾਂ ਫਿਰ ਕੱਲ੍ਹ ਨੂੰ ਕਿਤੇ ਵੀ ਤੁਹਾਡੀ ਪੀਆਰ ਅਪਲਾਈ ਕਰਨ ਦੀ, ਸਪੈਸ਼ਲੀ ਜਿਹੜੇ ਨੌਜਵਾਨ ਵੀਰ ਮੇਰੇ ਹੈਗੇ ਆ, ਪੀਆਰ ਅਪਲਾਈ ਕਰਨ ਦੀ ਇੱਛਾ ਹੈਗੀ ਆ, ਜਾਂ ਤੁਸੀਂ ਕੋ ਐਪਲੀਕੈਂਟ ਹੈਗੇ ਹੋ ਪੀਆਰ
ਮਤਲਬ ਸਪਾਊਸ ਤੁਹਾਡਾ ਮੇਨ ਐਪਲੀਕੈਂਟ ਹੈਗਾ, ਉਹਦੇ ਨਾਲ ਪੀਆਰ ਅਪਲਾਈ ਕਰ ਰਹੇ ਹੋ ਡਿਪੈਂਡੈਂਟ ਐਜ਼ ਏ, ਤਾਂ ਤੁਹਾਡੇ ਸੀਆਰਐਸ ਸਕੋਰ ਦੇ ਵਿੱਚ ਕਾਫੀ ਜ਼ਿਆਦਾ ਇੰਪਰੂਵਮੈਂਟ ਹੋ ਜਾਂਦੀ ਆ। ਔਰ ਕੱਲ ਨੂੰ ਉੱਥੇ ਜਾ ਕੇ ਤੁਹਾਨੂੰ ਜਿਹੜਾ ਇੱਕ ਬਹੁਤ ਜਿਹੜਾ ਸਾਡਾ ਮਤਲਬ ਇੱਜ਼ਤਦਾਰ ਪ੍ਰੋਫੈਸ਼ਨ ਹੈਗਾ ਹੈ ਨਾ ਲੀਗਲ, ਤਾਂ ਤੁਸੀਂ ਉੱਥੇ ਜਾ ਕੇ ਵੀ ਵਾਈਟ ਕਾਲਰ ਜਿਹੜਾ ਪ੍ਰੋਫੈਸ਼ਨ ਦੇ ਵਿੱਚ ਜੁਆਇਨ ਕਰ ਜਾਂਦੇ ਹੋ ਅਤੇ ਉੱਥੇ ਜਾ ਕੇ ਆਪਣੀ ਜਿਹੜੀ ਵਕਾਲਤ ਦੀ ਪ੍ਰੈਕਟਿਸ ਨੂੰ ਕੰਟੀਨਿਊ ਕਰ ਸਕਦੇ ਹੋ। ਕੋਸ਼ਿਸ਼ ਕਰੂੰਗਾ ਕਿ ਅਗਲੇ ਵੀਕ ਕਿਸੇ ਹੋਰ ਵਧੀਆ ਵਿਸ਼ੇ ਦੇ ਨਾਲ, ਕਿਸੇ ਵਧੀਆ ਮੁੱਦੇ ਦੇ ਨਾਲ ਤੁਹਾਡੇ ਰੂਬਰੂ ਹੋਵਾਂ। ਤਦ ਤੱਕ ਲਈ ਧੰਨਵਾਦ। ਧੰਨਵਾਦ ਜੀ।